ठीक है, बैंक ऑफ कैनेडा ने 50 बेसिस पॉइंट इंटरेस्ट रेट घटाता ਜਿਹੜਾ 2009 ਤੋਂ ਬਾਅਦ ਐਕਸੈਪਟ ਪੈਂਡੈਮਿਕ 'ਚ ਘਟਾਏ ਸੀ ਇਸ ਤਰ੍ਹਾਂ। ਤੇ ਇਹ ਬੋਲਡ ਮੂਵ ਹੈਗਾ ਆ। ਜੇ ਅਮਰੀਕਨ ਡਾਲਰ ਦੀ ਵੈਲਿਊ ਥੱਲੇ ਚਲੀ ਜਾਂਦੀ ਹੈ, ਸਭ ਤੋਂ ਨੁਕਸਾਨ ਕਿਹਨੂੰ ਹੋਣਾ? ਚਾਈਨਾ ਨੂੰ ਹੋਣਾ। ਤਾਂ ਡੂ ਯੂ ਥਿੰਕ ਚਾਈਨਾ ਵਿਲ ਵਾਂਟ ਦਿਸ ਥਿੰਗ? ਇਹ ਕੋਈ ਸਰਕਾਰ ਦਾ ਫੈਸਲਾ ਨਹੀਂ ਹੈ ਕਿ ਜੇ ਕੋਈ ਏਅਰਬੀਐਨਬੀ ਆਪਣਾ ਪ੍ਰੋਪਰਟੀ ਯੂਜ਼ ਕਰਦਾ they have to pay the HST as well. I don't think so ਕਿ ਟਿਫ ਮੈਕਾਲਮ ਜਿਹੜੇ ਸਾਡੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਵੀ ਇਸ ਤੋਂ ਸ਼ਾਈ ਕਰਨਗੇ ਵੀ another 50 basis point on December 11. Otherwise 25 basis point ਤਾਂ ਇਹ ਸਟਾਕ ਮਾਰਕੀਟ ਮੰਨ ਕੇ ਚੱਲ ਰਹੀ ਹੈ। ਡਿਲਾਈਟ ਕੈਨੇਡਾ ਨੇ ਸਰਵੇ ਕੀਤਾ ਸੀ ਵੀ ਇਸ ਸਾਲ ਕ੍ਰਿਸਮਸ ਤੇ ਲੋਕ 10% ਵੱਧ ਸ਼ਾਪਿੰਗ ਕਰਨਗੇ। ਅਮਰੀਕਨ ਸਟਾਕਸ ਆਰ ਵੈਰੀ ਮਚ ਓਵਰਵੈਲਿਊਡ। ਕੈਨੇਡੀਅਨ ਸਟਾਕਸ ਦੀ ਓਵਰਵੈਲਿਊ ਨਹੀਂ ਹੈਗੀ ਆ। ਤੇ ਹੁਣ ਵਾਰੀ ਹੈ ਜੀ, ਸਾਡੀ ਟਾਈਮ ਹੋ ਗਿਆ ਮਾਰਕੀਟ ਅਪਡੇਟ ਦਾ ਤੇ ਸੁਰਿੰਦਰਪਾਲ ਜੀ ਆ ਗਏ ਨੇ ਸਾਡੇ ਕੋਲ। ਸੁਰਿੰਦਰਪਾਲ ਜੀ ਵੈਲਕਮ। ਥੈਂਕ ਯੂ ਸ਼ਮੀਲ ਜੀ, ਗੁੱਡ ਮਾਰਨਿੰਗ ਟੂ ਆਲ ਦ ਲਿਸਨਰਸ ਔਰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਤੇ ਕਿਵੇਂ ਮਾਰਕੀਟ ਕੀ ਕਰ ਰਹੀ ਜੀ? ਫਿਰ ਹੁਣ ਲੋਕਾਂ ਨੂੰ ਥੋੜ੍ਹਾ ਜਿਹਾ ਉਤਸੁਕਤਾ ਹੈ ਕਿ ਰੇਟ ਘਟ ਗਿਆ ਕਾਫੀ ਤੇ ਥੋੜ੍ਹਾ ਜਿਹਾ ਕੌਨਫੀਡੈਂਸ ਬਣਨਾ ਸ਼ੁਰੂ ਹੋਇਆ ਸ਼ਾਇਦ ਮਾਰਕੀਟ 'ਚ, ਪਤਾ ਨਹੀਂ ਤੁਸੀਂ ਦੱਸੋਗੇ ਬਣਿਆ ਕਿ ਨਹੀਂ? ਦੇਖੋ ਸਰ, ਜੇ ਐਜ਼ ਫਾਰ ਦਾ ਟੋਰਾਂਟੋ ਸਟਾਕ ਇੰਡੈਕਸ ਇਜ਼ ਕੰਸਰਨ, ਉਹ ਤਾਂ ਪਿਛਲੇ 4 ਦਿਨ ਤੋਂ ਲਗਾਤਾਰ ਡਾਊਨ ਹੀ ਹੈ। ਔਰ ਲੂਨੀ ਸਟੱਡੀ ਹੈ ਅਬਾਊਟ 72.25% ਹੈਗੀ ਆ, ਪਰ ਲੂਨੀ ਵੀ ਪਿਛਲੇ 2 ਮਹੀਨਿਆਂ 'ਚ ਕਾਫੀ ਘਟੀ ਆ। 1.5 ਸੈਂਟ ਘਟਣਾ ਇਹ ਵੀ ਕੋਈ ਚੰਗੀ ਗੱਲ ਨਹੀਂ ਹੈਗੀ ਆ। ਬਟ ਇਹ ਰਿਫਲੈਕਸ਼ਨ ਹੈਗਾ ਹਾਊ ਆਵਰ GDP ਇਜ਼ ਡੂਇੰਗ, ਹਾਊ ਆਵਰ ਇਕਾਨਮੀ ਇਜ਼ ਡੂਇੰਗ। ਠੀਕ ਹੈ, ਬੈਂਕ ਆਫ ਕੈਨੇਡਾ ਨੇ 50 ਬੇਸਿਸ ਪੁਆਇੰਟ ਇੰਟਰਸਟ ਰੇਟ ਘਟਾਤਾ ਜਿਹੜਾ 2009 ਤੋਂ ਬਾਅਦ ਐਕਸੈਪਟ ਪੈਂਡੈਮਿਕ 'ਚ ਘਟਾਏ ਸੀ ਇਸ ਤਰ੍ਹਾਂ। ਤੇ ਇਹ bold move ਹੈਗਾ ਆ। this will definitely make people think ਕਿ ਬਈ ਜਿਹੜੇ ਬਿਜ਼ਨਸਿਸ ਨੇ they will start investing back into businesses। ਵੈਸੇ ਵੀ ਪਿੱਛੇ ਜਿਹੜਾ ਡਿਲੋਇਟ ਕੈਨੇਡਾ ਨੇ ਸਰਵੇ ਕੀਤਾ ਸੀ ਵੀ ਇਸ ਸਾਲ ਕ੍ਰਿਸਮਸ ਤੇ ਲੋਕ 10% ਵੱਧ ਸ਼ਾਪਿੰਗ ਕਰਨਗੇ। ਤੇ these are all this is a good catalyst। ਪਰ ਇਹਦੇ ਨਾਲ ਲੋਕਾਂ ਦੀਆਂ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਉਮੀਦਾਂ ਹੋਰ ਵੱਧ ਗਈਆਂ ਨੇ ਵੀ ਦਸੰਬਰ 11 ਨੂੰ ਸ਼ਾਇਦ another 50 basis point, but that's only 25% probability as of now। ਲੇਕਿਨ ਹੁਣ ਤੋਂ ਦਸੰਬਰ 11 ਤੱਕ ਕਈ ਸਾਰੇ ਡੇਟਾਸ ਆਉਣੇ ਨੇ ਤੇ ਜੇ ਉਹ ਡੇਟਾ ਇਹ ਵਾਰੰਟ ਕਰਨਗੇ ਆਈ ਡੋਂਟ ਥਿੰਕ ਸੋ ਕਿ ਟਿਫ ਮੈਕਾਲਮ ਜਿਹੜੇ ਸਾਡੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਵੀ ਇਸ ਤੋਂ ਸ਼ਾਈ ਕਰਨਗੇ ਵੀ another 50 basis point on December 11। Otherwise 25 basis point ਤਾਂ ਇਹ ਸਟਾਕ ਮਾਰਕੀਟ ਮੰਨ ਕੇ ਚੱਲ ਰਹੀ ਹੈ। ਪਰ ਜੇ ਓਵਰਆਲ ਤੁਸੀਂ ਦੇਖਦੇ ਆ ਇਸ ਹਫ਼ਤੇ ਦੀ ਮਾਰਕੀਟ ਦੀ ਨੈਸਡੈਕ ਜਿਹੜੇ ਟੈਕਨੋਲੋਜੀਕਲੀ ਕਾਫੀ ਉਹਦੇ 'ਚ ਮੋਸਟਲੀ ਟੈਕਨੋਲੋਜੀ ਦੀ ਸ਼ੇਅਰਸ ਹੁੰਦੇ ਆ, ਉਹ ਦੈਟਸ ਬੀਨ ਡੂਇੰਗ ਵੈਰੀ ਵੈਲ। ਇਸ ਕੱਲ੍ਹ ਹੀ ਬਲਕਿ ਟੈਸਲਾ ਦੀ ਕੁਆਟਰਲੀ ਅਰਨਿੰਗ ਆਈ 22% ਇੱਕ ਦਿਨ ਦੇ ਅੰਦਰ ਉਸ ਕੰਪਨੀ ਦਾ ਸਟਾਕ ਜਿਹੜਾ ਹੈ, ਮਤਲਬ ਜਦੋਂ ਤੋਂ ਇਹ ਕੰਪਨੀ ਲਾਂਚ ਹੋਈ ਹੈ ਇਹ ਦੂਜੀ ਵਾਰੀ ਹੈਗਾ ਵੀ ਇੱਕ ਦਿਨ 'ਚ 22% ਇਸ ਕੰਪਨੀ ਦਾ ਸ਼ੇਅਰ ਵਧਿਆ ਹੈਗਾ ਆ। ਉਹਦੀ ਵਜ੍ਹਾ ਇਹ ਹੈ ਕਿ ਕੋਈ ਇੰਨੀ ਖਾਸ ਸੇਲ ਨਹੀਂ ਟੈਸਲਾ ਦੀ ਵਧੀ, ਪਰ ਟੈਸਲਾ ਨੂੰ ਜਿਹੜਾ ਐਨਵਾਇਰਨਮੈਂਟ ਕ੍ਰੈਡਿਟਸ ਹੈਗੇ ਨੇ ਉਹ ਕਾਫੀ ਮਿਲੇ ਨੇ, ਇਸ ਕਰਕੇ ਉਹਨਾਂ ਦਾ ਪ੍ਰੋਫਿਟ ਜਿਹੜਾ ਹੈ ਵੱਧ ਗਿਆ। ਨਾਲ ਦੇ ਨਾਲ ਇਲਨ ਮਸਕ ਨੇ ਇਹ ਵੀ ਕਹਿਤਾ ਜੀ ਕਿ ਅਗਲੇ ਸਾਲ ਇਹਨਾਂ ਦੀ ਜਿਹੜੀ ਸ਼ਿਪਿੰਗ ਹੈ, ਮਤਲਬ ਜਿਹੜੀ ਆਮ ਤੌਰ 'ਤੇ ਐਨਲਿਸਟ ਮੰਨਦੇ ਸੀ ਵੀ 10% ਸੇਲ ਵਧੇਗੀ, ਉਹਨੇ 20% ਤੋਂ ਜ਼ਿਆਦਾ ਕਿਹਾ ਆ। ਮੇਬੀ ਬਿਕਾਜ਼ ਆਫ ਰੋਬੋ ਟੈਕਸੀਜ਼ ਜਾਂ ਹੋਰ ਦੂਸਰੇ ਵਹੀਕਲਸ ਨੇ, ਵਿਚ ਇਜ਼ ਅ ਪ੍ਰੀਟੀ ਗੁੱਡ ਇੰਡੀਕੇਸ਼ਨ। ਓਵਰਆਲ ਮਾਰਕੀਟ ਦੇ ਅੰਦਰ ਜੇ ਤੁਸੀਂ ਦੇਖ ਰਹੇ ਹੋ ਉਛਾਲ ਨੈਸਡੈਕ ਦੇ ਅੰਦਰ ਬਿਕਾਜ਼ ਆਫ AI, ਆਰਟੀਫਿਸ਼ਲ ਇੰਟੈਲੀਜੈਂਸ ਕਰਕੇ ਉਛਾਲ ਹੈ। ਜਿਹੜੀ ਕੰਪਨੀ ਲਿੰਕਡ ਹੈਗੀ ਆ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ, ਚਾਹੇ ਉਹ NVIDIA ਹੈ, ਚਾਹੇ ਉਹ ਟੈਸਲਾ ਹੈ, ਆਲ ਦੀਜ਼ ਕੰਪਨੀਜ਼ ਆਰ ਬੈਨੀਫਿਟਿੰਗ ਫਰੋਮ ਦਿਸ। ਪਰ ਜੇ ਤੁਸੀਂ ਕੰਪੇਅਰ ਕਰਦੇ ਆ ਸ਼ਮੀਲ ਜੀ ਕੈਨੇਡੀਅਨ ਸਟਾਕਸ ਵਰਸਿਸ ਅਮਰੀਕਨ ਸਟਾਕਸ, ਤੇ ਅਮਰੀਕਨ ਸਟਾਕਸ ਦੀ ਵੈਲਿਊਏਸ਼ਨ ਬਹੁਤ ਹਾਈ ਹੋ ਚੁੱਕੀ ਹੈ। ਔਰ ਇੱਕ ਸਟੱਡੀ ਹੁੰਦੀ ਹੈ CAP ਕਹਿੰਦੇ ਅਸੀਂ ਉਹਨੂੰ, ਕਿ ਜਿਹੜੀ ਕਿ ਕਹਿ ਲਓ ਕਿ ਉਹ ਇਨਫਲੇਸ਼ਨ ਦੇ ਨਾਲ ਐਡਜਸਟ ਕਰਕੇ ਪ੍ਰੋਫਿਟ ਅਰਨਿੰਗ ਦੇਖੀ ਜਾਂਦੀ ਆ। ਤੇ ਜੇ ਤੁਸੀਂ ਉਹ ਕੀ ਕਰਦੇ ਵੀ ਪਿਛਲੇ 10 ਸਾਲ ਦੀ ਤੁਸੀਂ ਐਵਰੇਜ ਅਰਨਿੰਗ ਦੇਖ ਲਈ ਕਿਸੇ ਕੰਪਨੀ ਦੀ, ਪਲੱਸ ਉਹਨੂੰ ਇਨਫਲੇਸ਼ਨ ਐਡਜਸਟ ਕਰਕੇ ਅਗਲੇ 10 ਸਾਲ ਦਾ ਪ੍ਰਾਈਸ ਮੰਨਦੇ ਨੇ, ਤੇ ਉਹਦੇ ਹਿਸਾਬ ਦੇ ਨਾਲ ਦੇਖਦੇ ਹਾਂ ਤੇ ਅਮਰੀਕਨ ਸਟਾਕਸ ਆਰ ਵੈਰੀ ਮਚ ਓਵਰਵੈਲਿਊਡ। ਕੈਨੇਡੀਅਨ ਸਟਾਕਸ ਦੀ ਓਵਰਵੈਲਿਊ ਨਹੀਂ ਹੈਗੀ ਆ। ਸੋ ਦੈਟ ਟੈਲਸ ਯੂ ਦੇਰ ਇਜ਼ ਅ ਗੁੱਡ ਓਪਰਚੁਨਿਟੀ ਕਮਿੰਗ ਫੋਰਵਰਡ ਕਿ ਜਿਹੜੇ ਕੈਨੇਡੀਅਨ ਸਟਾਕਸ ਦੇ ਅੰਦਰ ਵੀ ਅੱਛਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ ਜੇ ਇਸ ਤਰ੍ਹਾਂ ਹੀ ਇੰਟਰਸਟ ਰੇਟ ਥੱਲੇ ਜਾਂਦੇ ਰਹੇ। ਨਾਲ ਦੇ ਨਾਲ ਇੱਕ ਹੋਰ ਮੈਂ ਦੱਸ ਦਿਆਂ ਕਿ ਆਈ ਵਾਜ਼ ਰੀਅਲੀ ਸਰਪ੍ਰਾਈਜ਼
ਕਿ ਗੋਲਡਮਨ ਸੈਕ ਇੱਕ ਬੜੀ ਤਗੜੀ ਐਨਾਲਿਸਟ ਫਰਮ ਹੈਗੀ ਆ, ਉਹਨੇ ਇਹ ਕਿਹਾ ਕਿ S&P 500 ਜਿਹੜਾ ਅਮਰੀਕਾ ਦੀ ਗੱਲ ਕਰ ਰਿਹਾ, S&P 500 ਪਿਛਲੇ 10 ਸਾਲ 'ਚ 13% ਵਧਿਆ, ਪਰ ਉਹ ਇਹ ਮੰਨਦੇ ਨੇ ਕਿ ਅਗਲੇ 10 ਸਾਲ ਸਿਰਫ 3% ਵਧੂਗਾ। ਸੋ ਇਹਦੇ ਨਾਲ ਥੋੜ੍ਹਾ ਲੋਕਾਂ ਨੂੰ ਅਵੇਅਰ ਹੋ ਜਾਣਾ ਚਾਹੀਦਾ ਆ ਕਿ ਨਾਟ ਨੈਸੈਸਰਲੀ ਹਾਇਰ ਇਜ਼ ਹਾਇਰ। ਸੋ ਇਵੈਲੂਏਸ਼ਨ ਜਿਹੜੀ ਨੇ ਇਹ ਟਾਈਮ ਸਿਰ ਹੁੰਦੀਆਂ ਰਹਿੰਦੀਆਂ ਨੇ, ਔਰ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਦਾ ਵੀ ਕੰਮ ਹੁੰਦਾ ਹੈ ਟਾਈਮ ਸਿਰ ਉਹਨੂੰ ਦੇਖਣਾ ਵੀ ਕਿਸ ਤਰੀਕੇ ਨਾਲ ਜਿਹੜਾ ਹੈ ਇਹ ਮਾਰਕੀਟ ਚੱਲ ਰਹੀ ਹੈ, ਕਿਹੜੀ ਸੈਕਟਰ ਵਧੀਆ ਚੱਲ ਰਿਹਾ ਹੈ, ਕਿਹੜਾ ਸੈਕਟਰ ਬੀਟ ਐਂਡ ਡਾਊਨ ਹੈ, ਉਹਨੂੰ ਪੋਰਟਫੋਲੀਓ ਨੂੰ ਰੀਮਿਕਸ ਨੂੰ ਦੇਖਣਾ। ਅਤੇ ਇਹ ਆਈ ਵਿਲ ਸੁਜੈਸਟ ਕਿ ਜਿਸ ਤਰ੍ਹਾਂ ਅਕਸਰ ਕਹਿੰਦੇ ਸੀ ਅਸੀਂ ਕਿ ਨਵੰਬਰ 5 ਦੇ ਇਲੈਕਸ਼ਨ ਤੋਂ ਬਾਅਦ ਜਿਹੜੀ ਹੈ ਇਹ ਰੈਲੀ ਆਏਗੀ ਅਮਰੀਕਨ ਸਟਾਕਸ ਦੇ ਅੰਦਰ, ਇਹ ਰੈਲੀ ਪਹਿਲਾਂ ਹੀ ਆ ਗਈ ਆ। ਸੋ ਆਈ ਵਿਲ ਨਾਟ ਬੀ ਸਰਪ੍ਰਾਈਜ਼ਡ ਕਿ ਬਾਏ ਐਂਡ ਰਿਊਮਰ ਸੈਲ ਐਂਡ ਨਿਊਜ਼ ਇੱਕ ਨਾਰਥ ਅਮਰੀਕਾ 'ਚ ਬੜੀ ਪੁਰਾਣੀ ਕਹਾਵਤ ਹੈਗੀ ਆ, ਅਤੇ ਆਈ ਵਿਲ ਨਾਟ ਬੀ ਸਰਪ੍ਰਾਈਜ਼ ਕਿ ਰੈਲੀ ਕੰਟੀਨਿਊ ਰਹੀ ਇਲੈਕਸ਼ਨਸ ਤੱਕ, ਇਲੈਕਸ਼ਨ ਤੋਂ ਬਾਅਦ ਇਹ ਫੇਡ ਆਊਟ ਹੋ ਜਾਵੇ, ਕਿਉਂਕਿ ਇਹ ਅਹੈਡ ਆਫ ਦੀ ਕਰਵ ਚੱਲ ਰਹੀ ਹੈ। ਅਮਰੀਕਨ ਸਟਾਕਸ ਆਰ ਆਲਸੋ ਗੋਇੰਗ ਅਹੈਡ ਆਫ ਦਾ ਕਰਵ। ਔਰ ਤੁਸੀਂ ਦੇਖਿਆ ਕਿ ਹੁਣ ਕੈਨੇਡੀਅਨ ਇਕਾਨਮੀ ਜਿਹੜੀ ਹੈ ਇਹਦੇ ਅੰਦਰ ਵੀ ਤੁਸੀਂ ਹੁਣ ਆਲ ਟਾਈਮ ਦੇ ਅੰਦਰ ਪਰ ਪਰਸਨ GDP ਦੀ ਗਰੋਥ ਦੇਖੋਗੇ, ਕਿਉਂਕਿ ਜਿਹੜਾ ਹੁਣ ਤੁਸੀਂ ਦੇਖਿਆ ਇਸ ਹਫ਼ਤੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੇ ਵੀ, ਟਰੂਡੋ ਸਾਹਿਬ ਨੇ ਵੀ ਅਨਾਊਂਸ ਕੀਤਾ ਕਿ ਕੱਟ ਡਾਊਨ ਕੀਤਾ ਇਮੀਗ੍ਰੇਸ਼ਨ। ਜੇ ਤੁਸੀਂ ਦੇਖੋ 2016 ਤੋਂ ਬਾਅਦ ਹੁਣ ਤੱਕ ਜੀ 8 ਸਾਲ ਦੇ ਅੰਦਰ GDP ਪਰ ਪਰਸਨ ਗਰੋ ਕੀਤੀ ਹੀ ਨਹੀਂ ਹੈ। ਸੋ GDP ਸਟੈਂਡ ਸਟਿਲ, ਜਦਕਿ GDP ਗਰੋ ਕੀਤੀ ਹੈ ਬਸ ਬਿਕਾਸ ਆਫ ਦੀ ਇਮੀਗ੍ਰੇਸ਼ਨ। ਨਾਓ ਵਿਦ ਕਟਿੰਗ ਡਾਊਨ ਦੀਜ਼ ਨੰਬਰਸ ਹੁਣ ਤੁਹਾਨੂੰ ਰੀਅਲ ਗਰੋਥ ਜਿਹੜੀ GDP ਦੀ ਉਹ ਪਤਾ ਲੱਗੇਗੀ। ਇਹਨੇ ਟਕੀ ਹੋਈ ਸੀ ਅਸਲੀ ਤਸਵੀਰ, ਉਹ ਜਿਹੜੇ ਫਾਲਤੂ ਨੰਬਰ ਵਧਾਏ ਗਏ ਸੀ ਉਹਨੇ ਜੀ ਹਾਂ, ਮਤਲਬ ਵਧਾਏ ਗਏ ਸੀ, ਜਾਂ ਕਹਿ ਲਓ ਕਿ ਬਿਕਾਜ਼ ਇਮੀਗ੍ਰੇਸ਼ਨ ਆ ਗਈ ਉਹਦੇ ਕਰਕੇ GDP ਐਕਸਪੈਂਡ ਹੋ ਗਈ, ਤਾਂ ਤੁਸੀਂ ਕਹਿਤਾ ਹਾਂ ਜੀ ਸਾਡੀ ਤਾਂ GDP ਬਹੁਤ ਵਧੀਆ ਚੱਲ ਰਹੀ ਹੈ। ਲੇਕਿਨ 2016 ਤੋਂ ਲੈ ਕੇ ਹੁਣ ਤੱਕ ਸਟੈਂਡ ਸਟਿਲ ਹੈਗੀ ਆ। ਔਰ ਜੇ ਤੁਸੀਂ ਕੰਪੇਅਰ ਅਮਰੀਕਾ ਦੇ ਨਾਲ ਕਰਦੇ ਆ, ਅਮਰੀਕਨ ਤੁਸੀਂ ਦੇਖੋ 2016 'ਚ ਜਦੋਂ ਉਸੇ ਟਾਈਮ ਮਿਸਟਰ ਟਰੰਪ ਗਾਟ ਇਲੈਕਟਡ, ਉਹਨੇ ਇਮੀਗ੍ਰੇਸ਼ਨ 'ਤੇ ਆਲਮੋਸਟ ਮਤਲਬ ਕਹਿ ਲਓ ਕਿ ਰੋਕ ਲਗਾਤੀ ਸੀ। ਕਈ ਮੁਸਲਿਮ ਕੰਟਰੀਜ਼ ਦੇ ਉਹਨੇ ਪਹਿਲਾਂ ਤਾਂ ਇਮੀਗ੍ਰੈਂਟਸ ਲੈਣੇ ਬੰਦ ਕਰਤੇ ਸੀ, ਸਮਥਿੰਗ ਲਾਈਕ ਦਿਸ ਹੀ ਡਿਡ, ਹੀ ਵਾਜ਼ ਐਂਟੀ ਇਮੀਗ੍ਰੈਂਟਸ। ਅਤੇ ਉਸ ਤੋਂ ਬਾਅਦ 2016 ਤੋਂ ਬਾਅਦ ਅਮਰੀਕਨ GDP 16% ਗਰੋ ਕੀਤੀ ਹੈ ਇਮੀਗ੍ਰੇਸ਼ਨ 'ਤੇ ਠਾਲਣ ਤੋਂ ਬਾਅਦ, ਅਤੇ ਸਾਡੀ ਇਕਾਨਮੀ ਜਿਹੜੀ ਆ ਉਹ ਸਟੈਂਡ ਸਟਿਲ ਰਹੀ ਹੈ ਸਰ। ਅਤੇ ਸੁਰਿੰਦਰਪਾਲ ਜੀ, ਇੱਕ ਦੋ ਸਵਾਲ ਵੀ ਆਏ ਨੇ। ਪਹਿਲਾਂ ਤਾਂ ਇੱਕ ਤੇ ਸ਼ੋਪੀਫਾਈ ਬਾਰੇ ਪੁੱਛ ਰਹੇ ਨੇ ਨਿਲੇਸ਼, ਇਹਦੇ ਬਾਰੇ ਕੁਝ ਕਮੈਂਟ ਕਰ ਸਕਦੇ ਹੋ? I don't know much about Shopify, but Shopify ਦਾ ਸਟਾਕ ਜਿਹੜਾ ਹੈ ਜੀ ਪਿਛਲੇ ਇੱਕ ਹਫ਼ਤੇ ਤੋਂ I haven't seen much action। ਮੈਂ ਕਿਹਾ $110-112 ਦਾ ਸ਼ੇਅਰ ਹੈਗਾ ਆ, ਉੱਥੇ ਹੀ ਹੈਗਾ। ਬਟ ਡੈਫੀਨੇਟਲੀ Shopify will also gain from ਜਦੋਂ ਇਹ ਮਰਚੈਂਟ ਤੋਂ, ਕਿਉਂਕਿ ਜਿਹੜੇ ਇਹ ਕ੍ਰੈਡਿਟ ਕਾਰਡ ਦੀ ਫੀਸ ਹੈ ਇਹ ਤੋਂ ਜ਼ਿਆਦਾ ਉਹ ਯੂਜ਼ ਕਰਦੇ ਨੇ, ਉਹ ਤੋਂ ਪੈਸੇ ਬਣਾਉਂਦੇ ਨੇ। ਡੈਫੀਨੇਟਲੀ ਦੇ ਵਿਲ ਆਲਸੋ ਬੈਨੀਫਿਟ ਫਰੋਮ ਦੀ, ਜੇ ਸੇਲ ਵਧੇਗੀ ਤਾਂ ਉਹ ਤੋਂ ਉਹ ਬੈਨੀਫਿਟ ਕਰਨਗੇ ਸਰ। ਅੱਛਾ, ਮੈਂ ਦੇਖਦਾ ਅਕਸਰ ਮੇਰੇ ਕੋਲ ਕਈ ਵਾਰ ਇਹੋ ਜਿਹੇ ਸਵਾਲ ਹੁੰਦੇ ਨੇ ਜੀ, ਬਹੁਤ ਸਾਰੇ ਬੰਦਿਆਂ ਦਾ, ਮੈਨੂੰ ਨਹੀਂ ਲੱਗਦਾ ਹੁੰਦਾ ਕਿ ਗਲੋਬਲ ਅਫੇਅਰ 'ਚ ਉਹਨਾਂ ਦਾ ਕੋਈ ਬਹੁਤ ਇੰਟਰਸਟ ਹੁੰਦਾ ਜੀ, ਵੀ ਕੋਈ ਉਹਨਾਂ ਨੂੰ ਗਲੋਬਲ ਪੋਲੀਟਿਕਸ ਕੀ ਚੱਲ ਰਹੀ ਹੈ, ਕੋਈ ਇਹਦੇ 'ਚ ਬਹੁਤ ਉਹਨਾਂ ਦੀ ਸਟੱਡੀ ਹੋਵੇ, ਪਰ ਉਹ ਬ੍ਰਿਕਸ ਬਾਰੇ ਬਹੁਤ ਪੁੱਛਦੇ ਨੇ। ਇਹ ਕੀ ਚੱਕਰ ਹੈ? ਬ੍ਰਿਕਸ ਬਾਰੇ ਇੰਨਾ ਇੰਟਰਸਟ ਕੁਛ ਲੋਕ ਕਿਉਂ ਲੈਂਦੇ ਨੇ? ਕੋਈ ਇਹ ਖਾਸ ਕਿਸੇ ਪੋਲੀਟੀਕਲ ਗਰੁੱਪਾਂ 'ਚ ਆ ਰਿਹਾ? ਦੇਖੋ ਸਰ, ਬ੍ਰਿਕਸ ਵਾਸ ਫਾਰਮਡ ਇਨ 2006। ਔਰ ਹੁਣ ਕੀ ਹੈਗਾ ਕਿ it was formerly, India is also a founder member of Brazil, Russia, India, China and South Africa. They are the founding members. ਇਹਨੂੰ ਐਕਸਪੈਂਡ ਕਰਕੇ ਮੈਂ ਕਿਹਾ 36 ਕੰਟਰੀ ਤੱਕ ਉਹਨੂੰ ਮੇਰਾ ਖਿਆਲ ਹੈ ਜਿਹੜੇ ਉਹ WhatsApp ਗਰੁੱਪ ਨੇ ਨਾ ਕੁਝ ਸਰਟਨ ਪੋਲੀਟੀਕਲ ਬੈਕਗਰਾਊਂਡ ਵਾਲੇ, ਉਹਨਾਂ 'ਚ ਚੀਜ਼ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਹੋਣਾ। ਬਿਲਕੁਲ ਠੀਕ ਹੈ। ਜਿਵੇਂ ਮੈਂ ਦੇਖ ਰਿਹਾ ਸੀ ਇੰਡੀਆ 'ਚ ਪੁਰਾਣੇ ਜਿਹੜੇ ਕਮਿਊਨਿਸਟ ਹੁੰਦੇ ਸੀ ਉਹ ਨਾ ਪੈਲਸਟੀਨ ਦੀਆਂ ਗੱਲਾਂ ਬਹੁਤ ਕਰਦੇ ਹੁੰਦੇ ਸੀ। ਉਂਝ ਉਹਨਾਂ ਨੂੰ ਕੋਈ ਹੋਰ ਲੋਕਲ ਇਸ਼ੂ ਨਹੀਂ ਸੀ ਪਤਾ ਹੁੰਦਾ, ਪਰ ਪੈਲਸਟੀਨ ਬਾਰੇ ਜ਼ਰੂਰ ਪਤਾ ਹੁੰਦਾ ਸੀ। ਜੀ ਯਾ ਇਟ could be motivated by certain political groups. Definitely BRICS ਦੀ ਮੀਟਿੰਗ ਹੋਈ ਹੈ ਸਰ, ਇਹ 'ਚ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਗਏ ਸੀ ਉੱਥੇ, ਔਰ ਕੁਛ ਇੱਕ ਪੋਲੀਟੀਕਲੀ ਤੁਸੀਂ ਕਹਿ ਸਕਦੇ ਹੈ ਕੰਪੇਅਰ ਟੂ ਚਾਈਨਾ ਇੰਡੀਆ ਰਿਲੇਸ਼ਨਸ਼ਿਪ 'ਚ ਇੰਡੀਆ ਨੂੰ ਫਾਇਦਾ ਵੀ ਹੋਇਆ। ਬਟ ਇਹ ਇੱਕ ਹਮੇਸ਼ਾ ਸ਼ੁਰੂ ਤੋਂ ਹੀ ਰਿਹਾ ਹੈ ਜੀ ਕਿ ਇੱਕ ਆਪਣੀ ਕਰੰਸੀ ਬਣਾਉਣੀ, ਡਾਲਰ ਨੂੰ ਪਛਾੜਨਾ। 2006 ਤੋਂ ਸਰ ਇਹ ਚੱਲ ਰਿਹਾ, ਹਾਲੇ ਤੱਕ ਮੈਨੂੰ ਤਾਂ 18 ਸਾਲਾਂ 'ਚ ਕੋਈ ਤਰੱਕੀ ਨਜ਼ਰ ਨਹੀਂ ਆਈ। ਇਹ ਵੀ ਆਉਣ ਵਾਲੇ ਟਾਈਮ 'ਚ ਹੋ ਜਾਏ, ਆਈ ਡਾਊਟ ਇਟ ਸਰ, ਕਿਉਂਕਿ ਤੁਸੀਂ ਦੇਖੋ ਨਾ ਇਹਨਾਂ 5 ਕੰਟਰੀ ਦੀ ਆਪਸ 'ਚ ਕਿਸੇ ਨਾਲ ਹੈ ਨਹੀਂ। ਹੁਣ ਇੰਡੀਆ ਚਾਈਨਾ ਦੀ ਆਪਸ 'ਚ ਨਹੀਂ ਹੈਗੀ, ਅਤੇ ਰਸ਼ੀਆ ਚਾਈਨਾ ਦੀ ਨਹੀਂ ਹੈਗੀ ਆਪਸ ਦੇ ਅੰਦਰ,
ਤੇ ਫਿਰ ਕਿਸ ਤਰ੍ਹਾਂ ਹੋ ਜਾਏਗੀ ਸਰ? ਇਹ ਇਟ ਇਜ਼ ਉਹਨਾਂ ਦੀ ਆਪਸੀ, ਉਹਨਾਂ ਦੀ ਲੋਕਲ ਸ਼ਰੀਕੇਬਾਜ਼ੀ ਵੀ ਇੰਨੀ ਸਟਰੋਂਗ ਹੈ ਹਾਂਜੀ ਕਿ ਉਹਨਾਂ ਨੂੰ ਲੱਗਦਾ ਸ਼ਰੀਕਾਂ ਨਾਲ ਬਣਾਉਣ ਨਾਲੋਂ ਅਮਰੀਕਾ ਨਾਲ ਦੋਸਤੀ ਜ਼ਿਆਦਾ ਚੰਗੀ। ਯੈਸ, ਐਂਡ ਅਮਰੀਕਾ ਵੀ ਬੜਾ ਸਰ ਬੜਾ ਸਮਾਰਟ ਪਲੇ ਕਰਦੇ ਆ ਸਰ। ਇਹ ਕੋਈ ਡਾਲਰ ਦੀ ਜਿਹੜਾ ਵਰਚਸਵ ਹੈ ਇਹ ਕੋਈ ਐਵੇਂ ਨਹੀਂ ਬਣਿਆ ਹੈਗਾ, ਬਟ ਡੈਫੀਨੇਟਲੀ ਇਟ ਇਜ਼ ਅੰਡਰ ਚੈਲੰਜ। ਆਈ ਐਗਰੀ ਵਿਦ ਦਿਸ ਥਿੰਗ ਜਿਹੜੀ ਆ WhatsApp ਯੂਨੀਵਰਸਿਟੀ ਹੈ ਟੂ ਸਮ ਐਕਸਟੈਂਟ ਇਟ ਇਜ਼ ਅੰਡਰ ਚੈਲੰਜ। ਬਟ ਤੁਸੀਂ ਕਹੋ ਵੀ ਡਾਲਰ ਦਾ ਵਰਚਸਵ ਜਿਹੜੀ ਹੈ ਇਹ ਬ੍ਰਿਕਸ ਦੀ ਕੋਈ ਕਰੰਸੀ ਬਣਾ ਕੇ ਇੱਦਾਂ ਹੋ ਜਾਏਗੀ, ਜਲਦੀ ਖਤਮ ਹੋਣ ਵਾਲਾ ਕੁਛ ਐਸਾ ਨਹੀਂ ਸਰ। ਬੜੇ ਸਾਰੇ ਕੰਟਰੀ ਨੇ ਸਰ। ਸਦਾਮ ਹੁਸੈਨ ਨੇ ਟਰਾਈ ਕੀਤਾ ਸੀ, ਕੀ ਹਸ਼ਰ ਹੋਇਆ ਸਦਾਮ ਹੁਸੈਨ ਦਾ। ਈਰਾਨ ਕਹਿੰਦਾ ਸੀ ਅਸੀਂ ਆਪਣਾ ਆਇਲ ਜਿਹੜਾ ਹੈ ਉਹ ਅਸੀਂ ਡਾਲਰ 'ਚ ਨਹੀਂ ਵੇਚਾਂਗੇ, ਤੇ ਈਰਾਨ ਦਾ ਹਸ਼ਰ ਤੁਸੀਂ ਦੇਖ ਲਓ ਕੀ ਹੈਗਾ ਆ। ਸੋ ਇਹਨਾਂ ਕੰਟਰੀ ਨੂੰ ਇਹ ਵੀ ਪਤਾ ਹੈਗਾ, ਇਹਨਾਂ ਨੂੰ ਅੰਦਰੋਂ ਇਹ ਵੀ ਪਤਾ ਹੈਗਾ। ਅੱਛਾ ਫਿਰ ਤੁਸੀਂ ਦੇਖੋ ਸਰ, ਅਮਰੀਕਨ ਡਾਲਰ ਸਭ ਤੋਂ ਵੱਧ ਕਿਹਦੇ ਕੋਲ ਨੇ? ਚਾਈਨਾ ਕੋਲ ਨੇ। ਜੇ ਅਮਰੀਕਨ ਡਾਲਰ ਦੀ ਵੈਲਿਊ ਥੱਲੇ ਚਲੀ ਜਾਂਦੀ ਹੈ, ਸਭ ਤੋਂ ਨੁਕਸਾਨ ਕਿਹਨੂੰ ਹੋਣਾ? ਚਾਈਨਾ ਨੂੰ ਹੋਣਾ। ਤਾਂ ਡੂ ਯੂ ਥਿੰਕ ਚਾਈਨਾ ਵਿਲ ਵਾਂਟ ਦਿਸ ਥਿੰਗ? ਸੋ ਇਹ ਤਾਂ ਸਿਰਫ ਇੱਕ ਐਵੇਂ ਲਿਪ ਸਰਵਿਸ ਹੈ। ਬੇਸਿਕਲੀ ਪੋਲੀਟੀਕਲ ਜਿਹੜੇ ਗਲੋਬਲ ਪੋਲਿਟਿਕਸ 'ਚ ਪ੍ਰੈਸ਼ਰ ਹੁੰਦੇ ਨੇ, ਇਟਸ ਅ ਸਰਟਨ ਬਾਇਸ ਗਰੁੱਪ ਜਿਹਨੂੰ ਆਪ ਸੁਣ ਕੇ ਇਹ ਚੀਜ਼ਾਂ ਚੰਗੀਆਂ ਲੱਗਦੀਆਂ। ਹਾਂ ਜੀ, ਵਿਸ਼ਵਲ ਥਿੰਕਿੰਗ ਹੈਗੀ ਹੈ। ਜਿਸ ਤਰ੍ਹਾਂ ਹੁਣ ਕਹਿਣ ਨੂੰ, ਹੁਣ ਕਈਆਂ ਨੂੰ ਇਹ ਗੱਲ ਚੁਭੇਗੀ ਵੀ ਵਿਸ਼ਵ ਗੁਰੂ ਬਣੇ, ਹੁਣ ਵਿਸ਼ਵ ਗੁਰੂ ਇਹਦੇ 'ਚ ਵੀ ਬਣਨਾ ਆ। ਤੇ ਉਹ ਦਿਸ ਇਜ਼ ਵਾਟ ਇਜ਼ ਇਟ ਇਜ਼। ਜਿਹੜੇ ਕੁਛ ਸਰਟਨ ਆਈਡੀਓਲੋਜੀ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਉਹਦੇ 'ਚੋਂ ਇੱਦਾਂ ਇੱਕ ਥੋਟ ਪੈਟਰਨ ਬਣ ਜਾਂਦਾ। ਉਹਦਾ ਕੋਈ ਬੇਸ ਨਹੀਂ ਹਲੇ ਹੈਗਾ, ਹਲੇ ਨਹੀਂ ਹੈਗਾ ਸਰ। ਮੇਬੀ ਫਿਊਚਰ 'ਚ ਕੁਛ ਦੁਨੀਆ ਬਦਲ ਜਾਏ, ਜਿਵੇਂ ਕਹਿੰਦੇ ਨੇ ਲੌਂਗ ਟਰਮ ਤਾਂ ਕਹਿੰਦੇ ਪਾਵਰ ਸ਼ਿਫਟ ਹੋਏਗੀ। Yeah, it is sir. Unipolar society ਚੱਲ ਰਹੀ ਹੈ since USSR ਦੇ ਟੁੱਟਣ ਤੋਂ ਬਾਅਦ। It is a unipolar society. ਅਮਰੀਕਾ ਹੀ ਹੈ ਔਰ ਨੰਬਰ 2 ਕੰਟਰੀ ਕੋਈ ਹੈ ਹੀ ਨਹੀਂ ਹੈ। ਡੈਫੀਨੇਟਲੀ ਚਾਹੀਦੀ ਵੀ ਹੈ। ਜੇ ਤੁਸੀਂ if you ask me, there should be a coalition of countries ਜਿਹੜੀ ਕਿ ਯੂਨੀਪੋਲਰ ਸੋਸਾਇਟੀ ਨੂੰ ਚੈਲੰਜ ਵੀ ਕਰਨ, ਬਟ ਦ ਸੇਮ ਟਾਈਮ ਉਹਨਾਂ 'ਚ ਆਪਸ ਵੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ, ਕੋਅਰਸਿਵਨੈਸ ਹੋਣੀ ਚਾਹੀਦੀ ਹੈ। ਮਤਲਬ ਆਪਸ 'ਚ ਕੋਈ ਸਟਰੈਂਥ ਹੋਣੀ ਚਾਹੀਦੀ ਹੈ। ਆਪਸ ਨਾਲ ਇੱਕ ਦੂਜੇ ਨਾਲ ਲੜਦੇ ਰਹੋ, ਹਾਊ ਕੈਨ ਬੀ ਪੋਸੀਬਲ? ਖੈਰ ਲੰਬਾ ਟੌਪਿਕ ਹੈ ਜੀ, ਟਾਈਮ ਸਾਡੇ ਕੋਲ ਥੋੜ੍ਹਾ, ਪਰ 2 ਇੰਪੋਰਟੈਂਟ ਟੌਪਿਕ ਨੇ। ਇੱਕ ਤਾਂ ਜਿਹੜੇ ਇਹ Airbnb, ਇਹਦੇ ਬਾਰੇ ਇੱਕ ਇੰਪੋਰਟੈਂਟ ਫੈਸਲਾ ਆਇਆ। ਜੀ ਹਾਂ, ਬਟ ਆਮ ਗਲੈਡ ਯੂ ਪੁਆਇੰਟਡ ਆਊਟ। ਮੈਨੂੰ ਵੀ ਬੜਾ ਹੈਰਾਨੀ ਹੋਈ ਜੀ ਕਿ ਇਹ ਕੱਲ੍ਹ ਹੀ ਆਇਆ ਵੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਇੱਕ ਬੰਦਾ ਸੀ ਜਿਹਨੇ ਆਪਣਾ ਘਰ, ਜੇ ਤੁਸੀਂ ਆਪਣੇ ਘਰ 'ਚ Airbnb ਉਹਨੂੰ ਰੈਂਟ 'ਤੇ ਦਿੰਦੇ ਆ, ਅਤੇ ਜੇ ਤੁਸੀਂ ਉਹਨੂੰ ਲਗਾਤਾਰ ਇਸ ਤਰ੍ਹਾਂ ਕਰ ਰਹੇ ਆ, ਜਦੋਂ ਤੁਸੀਂ ਘਰ ਵੇਚੋਗੇ ਉਹ 'ਤੇ ਤੁਹਾਨੂੰ HST ਦੇਣੀ ਪਏਗੀ ਸਰ। ਸੋ ਜਿਹੜੀ ਕਿ 13% ਹੈਗੀ ਆ। ਤੁਸੀਂ ਸੋਚੋ ਤੁਹਾਡਾ ਆਪਣਾ ਘਰ ਆ, ਇਹ ਐਗਜ਼ੈਂਪਟ ਹੈਗਾ ਆ, ਪ੍ਰਿੰਸੀਪਲ ਰੈਜ਼ੀਡੈਂਸ ਇਜ਼ ਐਗਜ਼ੈਂਪਟਡ ਫਰੋਮ ਦੀ HST। ਅਤੇ ਇਹ ਕਿਉਂਕਿ ਇੱਕ ਐਗਜ਼ਾਮਪਲ ਸੀਗਾ ਕਿ ਇੱਕ ਆਟਵਾ ਦੇ ਅੰਦਰ ਕਿਸੇ ਬੰਦੇ ਨੇ ਆਪਣਾ ਕੋਈ ਕੌਂਡੋ ਸੀਗਾ, ਉਹਨੇ ਕੌਂਡੋ ਜਿਹੜਾ ਹੈ ਬਾਅਦ 'ਚ ਉੱਥੋਂ ਮੂਵ ਆਊਟ ਹੋ ਗਿਆ, ਉਹਨੇ Airbnb 'ਤੇ ਲਗਾਤਾ। 6 ਸਾਲ ਉਹਨੇ Airbnb 'ਤੇ ਲਗਾਇਆ। ਉਸ ਤੋਂ ਬਾਅਦ ਜਦੋਂ ਉਹਨੇ ਵੇਚਿਆ, ਫਿਰ ਮਿਨਿਸਟਰ ਆਫ ਰੈਵਨਿਊ ਨੇ ਜਿਹੜਾ ਹੈ ਉਹਦੇ ਤੋਂ HST ਮੰਗਿਆ। ਮੇਰੇ ਖਿਆਲ 1.4 ਮਿਲੀਅਨ ਦਾ ਉਹ ਕੌਂਡੋ ਵਿਕਿਆ, ਅਤੇ ਲਗਾ ਲਓ 13% 1.4 ਮਿਲੀਅਨ 'ਤੇ ਕਿੰਨਾ ਹੋਇਆ। ਸੋ ਦਿਸ ਇਜ਼ ਡੈਫੀਨੇਟਲੀ ਸੋ ਬੇਸਿਕਲੀ ਕਿਉਂਕਿ ਤੁਹਾਡੀ ਉਹ ਕਮਰਸ਼ੀਅਲ ਇਨਕਮ ਹੋ ਗਈ। ਯੈਸ, ਬਿਜ਼ਨਸ ਬਣ ਗਿਆ, ਬਿਜ਼ਨਸ ਬਣ ਗਿਆ। ਇਟਸ ਨੋ ਲੋਂਗਰ ਏ ਪ੍ਰਿੰਸੀਪਲ ਰੈਜ਼ੀਡੈਂਸ ਔਰ ਇਸ ਰੈਜ਼ੀਡੈਂਸ਼ੀਅਲ ਪ੍ਰੋਪਰਟੀ। ਸੋ ਕਿਉਂਕਿ ਉੱਤੇ HST Airbnb ਵਾਲੇ ਵੀ ਚਾਰਜ ਕਰਦੇ ਆ, ਅਤੇ ਜਦੋਂ ਉਹਨੇ ਸੈੱਲ ਕੀਤਾ ਤਾਂ ਦੈਟਸ ਵਾਟ ਦੀ ਮਿਨਿਸਟਰ ਆਫ ਰੈਵਨਿਊ ਆਸਕ ਫॉर ਇਟ। ਫਿਰ ਇਹ ਕੋਰਟ 'ਚ ਗਿਆ, ਔਰ ਇਹ ਕੋਰਟ ਦਾ ਫੈਸਲਾ ਹੈ, ਇਹ ਕੋਈ ਸਰਕਾਰ ਦਾ ਫੈਸਲਾ ਨਹੀਂ ਹੈ ਕਿ ਜੇ ਕੋਈ Airbnb ਆਪਣਾ ਪ੍ਰੋਪਰਟੀ ਯੂਜ਼ ਕਰਦਾ, ਦੇ ਹੈਵ ਟੂ ਪੇ ਦੀ HST ਐਜ਼ ਵੈਲ। ਅਤੇ ਇਹ ਮੈਂ ਸਮਝਦਾ ਜੀ ਬੜੀ ਵੱਡੀ ਖਬਰ ਹੈਗੀ ਹੈ, ਜਿਹੜੀ ਕਿ ਇਹ ਡਿਸਕਰੇਜ ਕਰੇਗੀ ਲੋਕਾਂ ਨੂੰ ਕਿ ਤੁਸੀਂ ਆਪਣਾ ਪ੍ਰਿੰਸੀਪਲ ਰੈਜ਼ੀਡੈਂਸ ਜਿਹੜਾ ਹੈ ਉਹ Airbnb 'ਤੇ ਲਗਾਓ, ਐਂਡ ਦਿਸ ਵਿਲ ਆਲਸੋ ਅਲਟੀਮੇਟਲੀ ਹੈਲਪ ਇਨ ਦੀ ਰੈਂਟਲਸ। ਅੱਛਾ, ਆਖਰ 'ਚ ਇੱਕ ਹੋਰ ਇੰਪੋਰਟੈਂਟ ਖਬਰ ਹੈ, ਟਾਈਮ 'ਤੇ ਥੋੜ੍ਹਾ, ਜਿਹੜੇ ਰਜਿਸਟਰਡ ਅਕਾਊਂਟਸ ਨੇ, ਇਹ ਐਸੈਟਸ ਨੇ ਜੀ, ਜਦੋਂ ਕੋਈ ਡਿਵੋਰਸ ਵਗੈਰਾ ਹੋ ਜਾਏ ਜੀ, ਅਤੇ ਇਹਨਾਂ ਦਾ ਕੀ ਹੁੰਦਾ? ਪ੍ਰਾਪਰਟੀਆਂ ਤਾਂ ਚਲੋ ਵੰਡੀਆਂ ਗਏ, ਘਰ 'ਤੇ ਵੰਡਿਆ ਗਿਆ, ਹੋਰ ਕੋਈ ਚੀਜ਼ ਹੈ। ਜਿਹੜੇ ਇਹ ਰਜਿਸਟਰਡ ਅਕਾਊਂਟਸ ਨੇ, ਇਨਵੈਸਟਮੈਂਟਸ ਨੇ, ਇਹਨਾਂ ਦਾ ਕੀ ਬਣਦਾ? ਇਹ ਵੀ ਉਸੇ ਤਰ੍ਹਾਂ ਸ਼ਮੀਲ ਜੀ 50-50 ਇਹ ਡਿਵਾਈਡ ਹੁੰਦੇ ਨੇ ਹਸਬੈਂਡ ਐਂਡ ਵਾਈਫ ਦੇ ਅੰਦਰ। ਖਾਸ ਤੌਰ 'ਤੇ ਮੈਂ ਦੱਸ ਦਿਆਂ ਦੇ ਅੰਦਰ ਇੱਕ RESP ਇੱਕ ਬਹੁਤ ਵੱਡਾ ਇਸ਼ੂ ਬਣਦਾ ਆ। ਅਮੂਮਨ ਕੀ ਹੁੰਦਾ ਹੈ ਕਿ ਕੋਈ ਮਦਰ ਜਾ ਕੇ ਬੈਂਕ 'ਚ ਆਪਣੇ ਬੱਚੇ ਦਾ RESP ਅਕਾਊਂਟ ਖੁਲਾ ਲੈਂਦੀ ਆ। ਫਾਦਰ, ਜਿਸ ਤਰ੍ਹਾਂ ਸਾਡੀ ਕਮਿਊਨਿਟੀ ਦਾ ਮੋਸਟਲੀ ਕਹਿ ਲਓ ਟਰੱਕ 'ਤੇ ਬਾਹਰ ਹੈਗਾ ਜਾਂ ਨਹੀਂ ਅਵੇਲੇਬਲ ਹੈ, ਜਾਂ ਕੋਈ ਵੀ ਇੱਕ ਸਪਾਊਸ ਹੈ, ਜਾਂ ਵੱਲੋਂ ਫਾਦਰ ਜਾ ਕੇ ਖੁਲਾ ਲਿਆ ਉਹਨੇ ਅਕਾਊਂਟ। ਅਤੇ ਉਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਮੰਨ ਲਓ ਮਦਰ ਨੇ ਅਕਾਊਂਟ ਖੁਲਾ ਲਿਆ, ਪੈਸੇ ਅਕਾਊਂਟ 'ਚੋਂ ਫਾਦਰ ਦੇ ਜਾ ਰਹੇ ਆ। ਜਦੋਂ ਹੁਣ ਉਹ ਸਪਲਿਟ ਹੋ ਗਏ ਨਾ, ਉਹ ਫਾਦਰ ਕਹਿੰਦਾ ਵੀ ਮੈਨੂੰ ਅੱਧੇ ਪੈਸੇ ਦਿਓ, ਪਰ ਉਹ 'ਚ ਨਾ ਹੀ ਹੈ ਨਹੀਂ ਉਹਦਾ,
ਅਲਟੀਮੇਟਲੀ ਵਿਲ ਗੋ ਥਰੂ ਦਾ ਡਿਵੋਰਸ ਪ੍ਰੋਸੈਸ, ਲੀਗਲ ਪ੍ਰੋਸੈਸ ਅੰਦਰ ਡੈਫੀਨੇਟਲੀ ਬਾਅਦ 'ਚ ਇਹ ਸਪਲਿਟ ਹੋਣਗੀਆਂ ਐਸੈਟਸ, ਲੇਕਿਨ ਕਈ ਵਾਰੀ ਸੈਪਰੇਸ਼ਨ 'ਚ ਕਈ ਸਾਲ ਲੱਗ ਜਾਂਦੇ ਆ ਅਤੇ ਉਹ ਅਕਾਊਂਟ ਜਿਹੜਾ ਹੈ ਫਿਰ ਉਹ ਰਿਡੰਡੈਂਟ ਅਕਾਊਂਟ ਬਣ ਜਾਂਦਾ। ਉਹ ਅਕਾਊਂਟ ਜਿਹੜਾ ਹੈ ਇਸ ਤਰ੍ਹਾਂ ਹੀ ਬੰਦ ਰਹਿੰਦਾ ਆ। ਇਸ ਤਰ੍ਹਾਂ ਹੀ RSP 'ਚ ਹੈ, ਇੱਦਾਂ ਹੀ RSP 'ਚ ਹੈ ਸ਼ਮਿਲ ਜੀ, ਕਿ ਉਹ ਵੀ ਤੁਹਾਡੇ ਪੈਸੇ ਡਿਵਾਈਡ ਹੁੰਦੇ। ਫਰਗੈਟ ਅਵੇ ਹੁਣ ਰਜਿਸਟਰਡ ਐਸੈਟਸ, ਈਵਨ ਤੁਹਾਡੇ CPP ਦੇ ਕ੍ਰੈਡਿਟਸ ਆਰ ਆਲਸੋ ਸਪਲਿਟ। ਨਹੀਂ, ਪਰ ਉਹ ਹੁੰਦੇ ਕਿਵੇਂ ਨੇ? ਫੋਰ ਐਗਜ਼ਾਮਪਲ ਕਿਸੇ ਦੀ RRSP ਹੈ, ਹਾਲੇ ਚੱਲ ਰਹੀ ਹੈ ਜੀ, ਹੁਣ ਇੱਕ ਸਰਟਨ ਤਰੀਕ ਨੂੰ, ਇੱਕ ਮਹੀਨੇ ਨੂੰ ਡਿਵੋਰਸ ਹੋ ਗਿਆ ਜੀ, ਅਤੇ ਉਸ ਵੇਲੇ ਉਹ ਅਕਾਊਂਟ 'ਤੇ ਹਾਲੇ ਜਾ ਕੇ ਮਤਲਬ ਤੁਸੀਂ ਉਹ ਤਾਂ ਰਿਟਾਇਰਮੈਂਟ ਦੇ ਪਲਾਨ ਹੁੰਦੇ ਨੇ, ਉਹ ਕਦੋਂ ਵੰਡੇ ਜਾਂਦੇ ਆ? ਉਸੇ ਟਾਈਮ ਸਰ। ਉਹ ਵਾਈਫ 'ਤੇ ਮੰਨ ਲਓ ਤੁਹਾਡੇ ਅੱਜ 50,000, ਮੰਨ ਲਓ ਮੇਰੇ $50,000 ਹੈਗੇ ਆ, ਔਰ ਡਿਵੋਰਸ ਹੋ ਜਾਂਦਾ ਆ ਤੇ $25,000 ਅੱਜ ਦੀ ਡੇਟ 'ਚ ਹੀ ਉਹ ਰਜਿਸਟਰਡ ਐਸੈਟ ਮੇਰੀ ਵਾਈਫ ਦੇ RSP ਉਹ ਦੋ ਰਜਿਸਟਰ ਮਤਲਬ ਉਧਰ ਟ੍ਰਾਂਸਫਰ ਹੋ ਜਾਣਗੇ। ਹਾਂਜੀ, ਉਹਦੇ ਵਾਈਫ ਦੇ RSP ਰਜਿਸਟਰਡ ਐਸੈਟ ਦੇ ਅੰਦਰ ਉਹ ਟ੍ਰਾਂਸਫਰ ਹੋ ਜਾਣਗੇ। ਈਵਨ CPP ਕ੍ਰੈਡਿਟਸ ਜਿਹੜੇ ਮੈਂ ਤੁਹਾਨੂੰ ਦੱਸਣ ਲੱਗਾ ਸੀ, ਪੈਨਸ਼ਨ ਕ੍ਰੈਡਿਟਸ, ਜਿਹੜੇ CPP ਕ੍ਰੈਡਿਟਸ ਹੈ, ਮੰਨ ਲਓ ਹੁਣ ਇੱਕ ਬੰਦਾ ਕੰਮ, ਮੰਨ ਲਓ ਮੈਂ ਕੰਮ ਕਰਦਾ, ਮੇਰੀ ਵਾਈਫ ਜੋਬ ਨਹੀਂ ਕਰਦੀ, ਠੀਕ ਹੈ, ਔਰ ਮੇਰੀ ਇਨਕਮ ਚੰਗੀ ਹੈ, 80-90 ਹਜ਼ਾਰ ਦੀ ਮੇਰੀ ਇਨਕਮ ਹੈ। ਬੇਸਡ ਔਨ ਮੇਰੀ ਇਨਕਮ ਅਤੇ ਮੈਨੂੰ CPP ਦੀ ਪੈਨਸ਼ਨ ਵੱਧ ਲੱਗੇਗੀ ਅਤੇ ਮੇਰੀ ਵਾਈਫ ਬੱਚੇ ਸਾਂਭਦੀ ਹੈ, ਠੀਕ ਹੈ, ਅਤੇ ਉਹਦਾ ਤਾਂ ਕਸੂਰ ਨਹੀਂ ਹੈ, ਉਹ ਇਸ ਕਰਕੇ ਜੋਬ ਨਹੀਂ ਕਰ ਰਹੀ ਕਿਉਂਕਿ ਉਹ ਬੱਚੇ ਸਾਂਭ ਰਹੀ ਹੈ। ਅਤੇ ਮੰਨ ਲਓ ਜੇ ਅੱਜ 20 ਸਾਲ 25-30 ਸਾਲ ਬਾਅਦ ਮੇਰਾ ਡਿਵੋਰਸ ਜੇ ਹੁੰਦਾ ਆ, ਅਤੇ ਜਿਹੜੇ ਮੇਰੇ CPP ਦੇ ਕ੍ਰੈਡਿਟਸ ਵੀ ਜਿਹੜੇ ਨੇ ਉਹ ਅੱਧੇ ਜਿਹੜੇ ਨੇ ਉਹ ਵਾਈਫ ਕੋਲ ਜਾਣਗੇ। ਸੋ ਸ਼ੀ ਵਿਲ ਆਲਸੋ ਬੈਨੀਫਿਟ ਕਿ ਉਹਨੂੰ CPP ਦੀ ਪੈਨਸ਼ਨ ਵੱਧ ਲੱਗੂਗੀ। ਆਲ ਐਸੈਟਸ ਆਰ ਸਪਲਿਟ। ਈਵਨ ਮੰਨ ਲਓ ਕਈ ਕੰਪਨੀਜ਼ ਤੋਂ ਪੈਨਸ਼ਨ ਪਲਾਨ ਹੁੰਦੀ ਹੈ, ਜਿਵੇਂ ਬਿਊਰੋਕਰੇਟਸ ਦੀ ਪੈਨਸ਼ਨ ਪਲਾਨ ਹੈ, ਮਿਊਨਸਿਪਲ ਇੰਪਲੋਈਜ਼ ਦੀ ਹੈ, ਪੁਲਿਸ ਆਫਿਸਰਸ ਦੀ ਹੈ, ਟੀਚਰਸ ਦੀ ਹੈ। ਦੈਟ ਪੈਨਸ਼ਨ ਹਾਲੇ ਪੈਨਸ਼ਨ ਮੈਨੂੰ ਤਾਂ ਮਿਲੀ ਨਹੀਂ ਹੈਗੀ, ਪੈਨਸ਼ਨ ਉੱਥੇ ਕੰਪਨੀ 'ਚ ਪਈ ਆ। ਉਹ ਪੈਨਸ਼ਨ ਕ੍ਰੈਡਿਟਸ ਵੀ ਜਿਹੜੇ ਨੇ ਉਹ 50-50 ਸਪਲਿਟ। ਇਹ ਸਾਰਾ ਕੁਝ ਫਿਰ ਲਾਇਰ ਦੇ ਕਰਨ ਵਾਲਾ ਕੰਮ ਹੈ ਤੇ ਜੀ, ਲਾਇਰ ਐਂਡ ਫਾਈਨੈਂਸ਼ੀਅਲ ਐਡਵਾਈਜ਼ਰ ਡਸ, ਕਿਉਂਕਿ ਲਾਇਰ ਨੇ ਕਹਿਣਾ 50 ਕਰਨਾ, ਫਿਰ ਉਹਦੀ ਕੈਲਕੂਲੇਸ਼ਨ ਕਿਸ ਤਰ੍ਹਾਂ ਹੋਣੀ ਹੈ, ਉਹਦੇ ਕਿੰਨੀ ਏਜ ਹੈਗੀ, ਉਹ ਸਾਰਾ ਕੁਝ ਜਿਹੜਾ ਹੈ ਉਹ ਫਾਈਨੈਂਸ਼ੀਅਲ ਐਡਵਾਈਜ਼ਰ ਕੈਲਕੂਲੇਟ ਕਰਦਾ ਹੈ। ਸੋ ਇਟਸ ਅ ਪਾਰਟ ਆਫ ਦਾ ਡਿਵੋਰਸ ਪ੍ਰੋਸੈਸ। ਖੈਰ ਇਹ ਥੋੜ੍ਹੇ ਜਿਹੇ ਲੰਬੇ ਸਵਾਲ ਹੋ ਸਕਦੇ, ਇਹਨਾਂ ਨਾਲ ਹੋਰ ਅੱਗੇ ਸਪਲੀਮੈਂਟਰੀ ਕੁਐਸਚਨਸ ਵੀ ਹੋ ਸਕਦੇ ਸੁਣਨ ਵਾਲਿਆਂ ਦੇ, ਇਸ ਕਰਕੇ ਬਿਹਤਰ ਹੈ ਕਿ ਤੁਸੀਂ ਉਹ ਹੁਣ ਅਸੀਂ ਔਨ ਏਅਰ 'ਤੇ ਨਹੀਂ ਕਰ ਸਕਦੇ, ਆਪਣਾ ਨੰਬਰ ਜੇ ਸ਼ੇਅਰ ਕਰ ਸਕਦੇ। ਸ਼ੋਰ ਸਰ, ਐਨੀ ਕੁਐਸਚਨ ਔਨ ਫਾਈਨੈਂਸ਼ੀਅਲ ਐਡਵਾਈਸ, ਮੇਰਾ ਨੰਬਰ ਹੈ 4165734798, ਪੰਜਾਬੀ 'ਚ 416-573-4798 ਜੀ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ।